दोस्तों ਅੱਜ ਦੀ ਮੇਰੀ ਇਹ ਵੀਡੀਓ ਹੈ ਆਪਣੀ ਉਸੇ ਲੜੀ ਉਸੇ ਸੀਰੀਜ਼ ਦੀ ਤੀਸਰੀ ਵੀਡੀਓ ਜਿਸ ਦੇ ਵਿੱਚ ਕਿ ਮੈਂ ਭਾਰਤ ਦੇ ਵਿੱਚ 1980 ਦੇ ਦਹਾਕੇ ਦੇ ਪਹਿਲੇ ਕੁਝ ਸਾਲਾਂ ਦੇ ਵਿੱਚ ਹੋਈਆਂ 에ਅਰਪਲੇਨ ਦੀਆਂ ਹਵਾਈ ਜਹਾਜ਼ਾਂ ਦੀਆਂ ਹਾਈਜੈਕਿੰਗਸ ਉੱਤੇ ਗੱਲਬਾਤ ਚੱਲਦੀ ਪਈ ਹੈ। ਸਿੱਖ ਖਾੜਕੂਆਂ ਵੱਲੋਂ ਇਹ ਹਾਈਜੈਕਿੰਗਸ ਅੰਜਾਮ ਦਿੱਤੀਆਂ ਜਾ ਰਹੀਆਂ ਸਨ। 1981 ਦੇ ਵਿੱਚ ਦਲ ਖਾਲਸਾ ਨੇ ਹਾਈਜੈਕਿੰਗ ਕੀਤੀ ਸੀ ਤੇ 1984 ਜੁਲਾਈ ਦੇ ਮਹੀਨੇ ਦੇ ਵਿੱਚ ਜੋ ਕਿ ਮੇਰੀ ਪਿਛਲੀ ਰਿਪੋਰਟ ਦੇ ਵਿੱਚ ਇਸ ਦਾ ਵੇਰਵਾ ਦਿੱਤਾ ਗਿਆ ਸੀ ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵੱਲੋਂ ਕੀਤੀ ਗਈ ਕਾਰਵਾਈ ਸੀ। लेकिन अज मैं गल करांगा जुलाई 6 1984 की उस हाईजैकिंग तो बाद यानी कि तकरीबन 1.5 महीना बाद अगस्त 24 1984 ਨੂੰ इंडियन एयरलाइंस ਦੇ ਕੀਤੇ ਗਏ ਹਾਈਜੈਕ ਦੀ ਉਹ ਜਹਾਜ਼ ਜੋ ਕਿ ਚੰਡੀਗੜ੍ਹ ਤੋਂ श्रीनगर ਲਈ ਰਵਾਨਾ ਹੋਣਾ ਸੀ ਉੜਨਾ ਸੀ ਉਸਨੇ ਉਸ ਨੂੰ ਹਾਈਜੈਕ ਕਰਕੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਹੀ 7 ਹਾਈਜੈਕਰਸ ਨੇ ਇਸ ਦਾ ਜਿਹੜਾ ਰੁਖ ਸੀ ਉਹ ਅਮਰੀਕਾ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਸੀ। ਇਹ ਬਹੁਤ ਹੀ ਦਿਲਚਸਪ ਇੱਕ ਹਾਈਜੈਕਿੰਗ ਰਹੀ ਸੀ। ਇਸ ਦੇ ਵਿੱਚ ਵੀ ਕੋਈ ਵੀ ਜਾਨੀ ਨੁਕਸਾਨ ਨਹੀਂ ਸੀ ਹੋਇਆ। तकरीबन 86 के आस पास जोड़े पैसेंजर या यात्रु दसे जाते हैं इस जहाज़ के जो कि एक एयरबस सी इसने उड़ान भरी सी चंडीगढ़ तो श्रीनगर ਲਈ ਤੇ ਚੰਡੀਗੜ੍ਹ ਦੇ ਵਿੱਚ ਹੀ ਜਿਹੜੇ ਹਾਈਜੈਕਰ ਸਨ ਉਹ ਇਸ ਵਿੱਚ ਸਵਾਰ ਹੋ ਚੁੱਕੇ ਸਨ। ਇਸ ਜਹਾਜ਼ ਨੂੰ ਅਗਵਾ ਕਰਨ ਵਾਲੇ ਹਾਈਜੈਕਰਸ ਦੇ ਵਿੱਚੋਂ ਮੁੱਖ ਸਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਮਲਜੀਤ ਸਿੰਘ ਸੰਧੂ, ਇਸ ਤੋਂ ਇਲਾਵਾ ਅਮਰਿੰਦਰ ਸਿੰਘ, ਤੇਜਿੰਦਰ ਸਿੰਘ, ਸੁਰਿੰਦਰ ਸਿੰਘ ਤੇ ਦਵਿੰਦਰ ਸਿੰਘ ਇਹ ਹੋਰ ਇਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਲੋਕ ਸਨ। ਤੇ ਇਹਨਾਂ ਤੋਂ ਇਲਾਵਾ ਅਵਤਾਰ ਸਿੰਘ ਤੇ ਮਾਨ ਸਿੰਘ ਬੱਗਾ ਨਾਂ ਦੇ ਦੋ ਹੋਰ ਕਾਰਕੁਨ ਸਨ ਜੋ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਤੋਂ ਨਹੀਂ ਸਨ ਲੇਕਿਨ ਉਹਨਾਂ ਨੂੰ ਕਮਲਜੀਤ ਸਿੰਘ ਸੰਧੂ ਨੇ ਰਿਕਰੂਟ ਕੀਤਾ ਸੀ। ਸੋ ਕੁੱਲ ਮਿਲਾ ਕੇ ਇਹ 7 ਹਾਈਜੈਕਰ ਸਨ ਜਿਨ੍ਹਾਂ ਨੇ ਕਿ ਚੰਡੀਗੜ੍ਹ ਤੋਂ ਰਵਾਨਾ ਹੋਏ ਇਸ ਜਹਾਜ਼ ਦਾ ਅਪਹਰਣ ਕਰ ਲਿਆ ਸੀ, ਅਗਵਾ ਕਰ ਲਿਆ ਸੀ ਤੇ ਇਸ ਦਾ ਰੁਖ ਸੀ ਉਸ ਨੂੰ ਅਮਰੀਕਾ ਵੱਲ ਕੀਤੇ ਜਾਣ ਦੀ ਜਿਹੜੀ ਕੋਸ਼ਿਸ਼ਾਂ ਕੀਤੀਆਂ ਪਾਇਲਟ ਨੇ ਮਨਾ ਕਰਤਾ ਤੇ ਅਖੀਰ ਦੇ ਵਿੱਚ ਇਸ ਉਡਾਨ ਨੂੰ ਵੀ ਹੋਰ ਉਡਾਨਾਂ ਵਾਂਗ ਹੀ ਲਾਹੌਰ ਦੇ ਵਿੱਚ ਉਤਾਰ ਲਿਆ ਗਿਆ। ਲਾਹੌਰ ਪਾਕਿਸਤਾਨ ਇੱਕ ਵਾਰ ਫੇਰ ਜੋ ਕਿ ਤਕਰੀਬਨ 1.5 ਮਹੀਨਾ ਪਹਿਲਾਂ ਹੀ ਇੱਕ ਹੋਰ ਹਾਈਜੈਕਿੰਗ ਦਾ ਬਹੁਤ ਲੰਬਾ ਚੌੜਾ ਡਰਾਮਾ ਤੇ ਤਮਾਸ਼ਾ ਵੇਖ ਚੁੱਕਿਆ ਸੀ। ਉਸਨੇ ਅਗਸਤ 24 ਦੀ ਇਸ ਹਾਈਜੈਕਿੰਗ ਦੇ ਦੌਰਾਨ ਵੀ ਉਹਨਾਂ ਹਾਈਜੈਕਰਸ ਨੂੰ ਉਸ ਜਹਾਜ਼ ਨੂੰ ਆਪਣੇ ਇਲਾਕੇ ਦੇ ਵਿੱਚ ਲੈਂਡ ਕਰਵਾਇਆ ਤੇ ਉਸ ਤੋਂ ਬਾਅਦ ਲਾਹੌਰ ਦੇ ਕੰਟਰੋਲ ਟਾਵਰ ਦੇ ਨਾਲ ਜਿਹੜੀ ਗੱਲਬਾਤ ਇਹਨਾਂ ਹਾਈਜੈਕਰਸ ਦੀ ਹੋਈ ਉਸ ਗੱਲਬਾਤ ਦੇ ਦੌਰਾਨ ਇਹਨਾਂ ਹਾਈਜੈਕਰਸ ਨੇ ਰੀਫਿਊਲਿੰਗ ਦੀ ਮੰਗ ਕੀਤੀ। ਰੀਫਿਊਲਿੰਗ ਦੀ ਜਿਹੜੀ ਸ਼ਰਤਾਂ ਸਨ ਲਾਹੌਰ ਦੇ ਕੰਟਰੋਲ ਟਾਵਰ ਵੱਲੋਂ ਤਕਰੀਬਨ ਉਹੋ ਜਿਹੀਆਂ ਹੀ ਸਨ ਜੋ ਕਿ ਤਕਰੀਬਨ 1.5 ਮਹੀਨਾ ਪਹਿਲਾਂ 6 ਜੁਲਾਈ ਦੀ ਹਾਈਜੈਕਿੰਗ ਦੇ ਵੇਲੇ ਕੀਤੀਆਂ ਗਈਆਂ ਸਨ। ਕੁਝ ਪੈਸੇਂਜਰਸ ਨੂੰ ਰਿਲੀਜ਼ ਕੀਤੇ ਜਾਣ ਦੀ ਗੱਲਬਾਤ ਜਿਹੜੀ ਡਿਮਾਂਡ ਸੀ ਲਾਹੌਰ ਦੇ ਕੰਟਰੋਲ ਟਾਵਰ ਤੋਂ ਹੋਈ। 5 ਜਿਹੜੇ ਪੈਸੇਂਜਰ ਸਨ ਉਹਨਾਂ ਨੂੰ ਰਿਲੀਜ਼ ਵੀ ਕੀਤਾ ਗਿਆ, ਲਾਹੌਰ 에ਅਰਪੋਰਟ ਤੇ ਰਿਲੀਜ਼ ਕਰਤਾ ਗਿਆ। ਰੀਫਿਊਲਿੰਗ ਹੋਈ ਤੇ ਰੀਫਿਊਲਿੰਗ ਤੋਂ ਬਾਅਦ ਇਹ ਜਿਹੜਾ ਜਹਾਜ਼ ਹੈ ਉਹ ਕਰਾਚੀ ਲਈ ਰਵਾਨਾ ਹੋਇਆ। ਹਾਈਜੈਕਰਸ ਦੇ ਮਨਾਂ ਵਿੱਚ ਕੋਈ ਪੱਕੀ ਥਾਂ ਨਹੀਂ ਸੀ। ਉਹਨਾਂ ਦਾ ਇਰਾਦਾ ਤਾਂ ਇਸ ਹਵਾਈ ਜਹਾਜ਼ ਨੂੰ ਅਮਰੀਕਾ ਲਿਜਾਣ ਦਾ ਸੀ ਲੇਕਿਨ ਅਮਰੀਕਾ ਨਾ ਲਿਜਾਣ ਦੀ ਸੂਰਤ ਦੇ ਵਿੱਚ ਉਹਨਾਂ ਨੇ ਇਸ ਜਹਾਜ਼ ਦਾ ਜਿਹੜਾ ਰੁਖ ਸੀ ਉਹ ਲਾਹੌਰ ਤੋਂ ਦੁਬਈ ਦੀ ਤਰਫ ਕੀਤਾ। ਲੇਕਿਨ ਲਾਹੌਰ ਤੋਂ ਦੁਬਈ ਤੱਕ ਜਾਣ ਤੋਂ ਪਹਿਲਾਂ ਵੀ ਇੱਕ ਵਾਰ ਫਿਰ ਦੁਬਾਰਾ ਇਸ ਹਵਾਈ ਜਹਾਜ਼ ਨੂੰ ਰੀਫਿਊਲਿੰਗ ਦੀ ਲੋੜ ਸੀ। ਇਸ ਵਾਸਤੇ ਇਸ ਨੂੰ ਕਰਾਚੀ ਉਤਾਰਨਾ ਪੈਣਾ ਸੀ। ਸੋ ਪਾਕਿਸਤਾਨ ਦੇ ਲਾਹੌਰ ਕੰਟਰੋਲ ਟਾਵਰ ਨੇ ਠੀਕ ਉਸੇ ਤਰੀਕੇ ਨਾਲ ਜਿਵੇਂ ਕਿ ਉਹਨਾਂ ਨੇ 6 ਜੁਲਾਈ ਦੀ ਹਾਈਜੈਕਿੰਗ ਦੇ ਵਕਤ ਇੱਕ ਕੰਡੀਸ਼ਨ ਰੱਖੀ ਸੀ ਵੀ ਉਹ ਜਿਹੜਾ ਫਿਊਲ ਹੈਗਾ ਉਹ ਫਿਊਲ ਤਦ ਦੇਣਗੇ ਜਦੋਂ 25 ਪੈਸੇਂਜਰਸ ਨੂੰ ਛੱਡਿਆ ਜਾਏਗਾ, 1 ਟਨ ਰਿਫਿਊਲ ਦਿੱਤਾ ਜਾਏਗਾ। ਉਸੇ ਤਰੀਕੇ ਦੀ ਸ਼ਰਤ ਇੱਥੇ ਵੀ ਰੱਖੀ ਸੀ ਤੇ ਰਿਫਿਊਲਿੰਗ ਤੋਂ ਬਾਅਦ ਕਰਾਚੀ 에ਅਰਪੋਰਟ ਤੱਕ ਇਸ ਹਵਾਈ ਜਹਾਜ਼ ਨੂੰ ਉਡਾਨ ਭਰਨ ਲਈ ਫਿਊਲ ਦਿੱਤਾ ਗਿਆ। ਕਰਾਚੀ 에ਅਰਪੋਰਟ ਦੇ ਵਿੱਚ ਜਾ ਕੇ ਇਹ ਜਹਾਜ਼ ਇੱਕ ਵਾਰ ਦੁਬਾਰਾ ਉਤਰਿਆ ਜਿੱਥੇ 2 ਮਹਿਲਾਵਾਂ ਜੋ ਕਿ ਇਸ ਜਹਾਜ਼ ਵਿੱਚ ਸਵਾਰ ਕੁੱਲ 86 ਪੈਸੇਂਜਰ ਸਨ ਜਿਨ੍ਹਾਂ ਵਿੱਚੋਂ 5 ਲਾਹੌਰ 에ਅਰਪੋਰਟ ਤੇ ਉਤਾਰਤੇ ਗਏ ਸਨ ਤੇ 2 ਮਹਿਲਾਵਾਂ ਨੂੰ ਕਰਾਚੀ ਦੇ ਵਿੱਚ ਉਹਨਾਂ ਦੀ ਤਬੀਅਤ ਜਦੋਂ ਖਰਾਬ ਹੋਈ ਉਸ ਤੋਂ ਬਾਅਦ ਉਤਾਰਤਾ ਗਿਆ ਸੀ। ਸੋ ਤਕਰੀਬਨ 79 ਦੇ ਆਸ-ਪਾਸ ਜਿਹੜੇ ਪੈਸੇਂਜਰ ਰਹਿ ਚੁੱਕੇ ਸਨ। ਕਰਾਚੀ ਤੋਂ ਫਿਰ ਇੱਕ ਵਾਰ ਫਿਰ ਇਸ ਹਵਾਈ ਜਹਾਜ਼ ਨੇ ਜਿਹੜੀ ਉਡਾਨ ਸੀ ਉਹ ਭਰੀ ਤੇ ਇਹ ਦੁਬਈ ਤੇ 에ਅਰਪੋਰਟ ਦੇ ਵਿੱਚ ਲੈਂਡ ਕੀਤਾ। ਦੁਬਈ ਦੇ ਵਿੱਚ ਉਤਰਨ ਤੋਂ ਪਹਿਲਾਂ ਕੁਝ ਹੋਰ ਅਮੀਰਾਤ ਦੇ ਜਿਹੜੇ ਮੁਲਕ ਸਨ ਉੱਥੇ ਵੀ ਇਹ ਜਹਾਜ਼ ਨੂੰ ਲਿਜਾਣ ਦਾ ਇਰਾਦਾ ਹਾਈਜੈਕਰਸ ਵੱਲੋਂ ਕੀਤਾ ਗਿਆ ਸੀ ਲੇਕਿਨ ਅਖੀਰ ਦੇ ਵਿੱਚ ਦੁਬਈ ਦੇ ਵਿੱਚ ਹੀ ਇਸ ਹਵਾਈ ਜਹਾਜ਼ ਨੂੰ ਉਤਾਰਿਆ ਗਿਆ। ਦੁਬਈ ਦੇ ਵਿੱਚ ਹਵਾਈ ਜਹਾਜ਼ ਉਤਰਨ ਮਗਰੋਂ ਇੱਕ ਇੰਟੈਂਸ ਨੈਗੋਸੀਏਸ਼ਨਸ ਜਾਂ ਗੱਲਬਾਤ ਦਾ ਜਿਹੜਾ ਸਿਲਸਿਲਾ ਜਾਂ ਦੌਰ ਸੀ ਉਹ ਹੁਣ ਦੁਬਈ ਦੇ ਅਫਸਰਾਂ ਨਾਲ ਦੁਬਈ ਦੇ 에ਅਰਪੋਰਟ ਦੇ ਅਧਿਕਾਰੀਆਂ ਜਾਂ ਦੁਬਈ ਸਰਕਾਰ ਨਾਲ ਸ਼ੁਰੂ ਹੋ ਚੁੱਕਾ ਸੀ। ਸਭ ਤੋਂ ਖਾਸ ਗੱਲ ਇਹ ਸੀ ਵੀ ਇਸ ਪੂਰੇ ਮਾਮਲੇ ਦੇ ਵਿੱਚ ਦੁਬਈ ਦੇ ਜਿਹੜੇ ਡਿਫੈਂਸ ਮਿਨਿਸਟਰ ਸਨ ਜੋ ਕਿ ਬਾਅਦ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਰੂਲਰ ਵੀ ਹੈਗੇ ਨੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਉਹ ਇਸ ਪੂਰੀ ਨੈਗੋਸੀਏਸ਼ਨ ਦੇ ਵਿੱਚ ਇਨਵੋਲਵ ਹੋਏ। ਉਸ ਵਕਤ ਉਹ ਡਿਫੈਂਸ ਮਿਨਿਸਟਰ ਸਨ। ਸ਼ੇਖ ਮੁਹੰਮਦ ਬਿਨ ਰਾਸ਼ਿਦ ਦੇ ਪਿਤਾ ਸ਼ੇਖ ਰਾਸ਼ਿਦ ਦੁਬਈ ਦੇ ਰਾਜਾ ਵੀ ਸਨ ਤੇ ਇਸ ਦੇ ਨਾਲ ਹੀ UAE ਦੇ ਪ੍ਰੈਜ਼ੀਡੈਂਟ ਵੀ ਸਨ। ਉਹਨਾਂ ਦੇ ਪੁੱਤਰ ਯਾਨੀ ਕਿ ਡਿਫੈਂਸ ਮਿਨਿਸਟਰ ਜੋ ਸ਼ੇਖ ਮੁਹੰਮਦ ਬਿਨ ਰਾਸ਼ਿਦ ਉਹ ਇਸ ਪੂਰੇ ਮਾਮਲੇ ਦੇ ਵਿੱਚ ਹਾਈਜੈਕਰਸ ਦੇ ਨਾਲ ਗੱਲਬਾਤ ਦੇ ਵਿੱਚ ਖੁਦ ਇਨਵੋਲਵ ਰਹੇ, ਮੋਹਰੀ ਰਹੇ। ਇਸ ਦੌਰਾਨ ਭਾਰਤ ਦੇ ਜਿਹੜੇ ਦੁਬਈ ਦੇ ਵਿੱਚ ਐਂਬੈਸਡਰ ਸਨ, ਇਸ ਤੋਂ ਇਲਾਵਾ ਜਿਹੜੇ ਡਿਫੈਂਸ ਸੈਕਟਰੀ ਸਨ ਰਮੇਸ਼ ਭੰਡਾਰੀ ਉਹ ਵੀ ਭਾਰਤ ਤੋਂ ਪਹੁੰਚ ਚੁੱਕੇ ਸਨ ਉੱਡ ਕੇ ਕਿਉਂਕਿ ਜਦੋਂ ਲਾਹੌਰ ਤੇ ਕਰਾਚੀ ਦੇ ਵਿੱਚ ਇਹ ਹਵਾਈ ਜਹਾਜ਼ ਰੁਕਿਆ, ਹਾਲਟ ਹੋਇਆ, ਉੱਥੇ ਭਾਰਤ ਸਰਕਾਰ ਨੂੰ ਇਸ ਦੀ ਜਾਣਕਾਰੀ ਪਹਿਲਾਂ ਹੀ ਹੋ ਚੁੱਕੀ ਸੀ ਲੇਕਿਨ ਪਾਕਿਸਤਾਨ ਦੀ ਸਰਕਾਰ ਨੇ ਦੁਬਈ ਦੀ ਸਰਕਾਰ ਨੇ ਵੀ ਭਾਰਤ ਦੀ ਸਰਕਾਰ ਨੂੰ ਜਾਣਕਾਰੀ ਦੇ ਦਿੱਤੀ ਸੀ।
इस दौरान ਜਿਹੜੇ ਹਾਈਜੈਕਰ ਸਨ ਉਹਨਾਂ ਵੱਲੋਂ ਕੋਈ ਲੰਬੀਆਂ ਚੌੜੀਆਂ ਮੰਗਾਂ ਨਹੀਂ ਕੀਤੀਆਂ ਗਈਆਂ, ਲੇਕਿਨ ਇੱਕ ਜਿਹੜੀ ਮੰਗ ਉਹਨਾਂ ਤੋਂ ਲਗਾਤਾਰ ਕੀਤੀ ਉਸ ਵਕਤ ਵੀ ਜਾ ਰਹੀ ਸੀ, ਉਹ ਸੀ ਸ੍ਰੀ ਦਰਬਾਰ ਸਾਹਿਬ ਤੋਂ ਭਾਰਤੀ ਫੌਜ ਦੀ ਵਾਪਸੀ। ਇਹ ਉਹੀ ਮੰਗ ਸੀ ਜੋ ਕਿ 1.5 ਮਹੀਨਾ ਪਹਿਲਾਂ 6 ਜੁਲਾਈ ਦੀ ਹਾਈਜੈਕਿੰਗ ਦੇ ਮੌਕੇ ਤੇ ਵੀ ਕੀਤੀ ਜਾ ਰਹੀ ਸੀ। ਸੋ ਇਸ ਹਾਈਜੈਕਿੰਗ ਦਾ ਵੀ ਕਾਫੀ ਹੱਦ ਤੱਕ ਮਕਸਦ ਤੇ ਮਨੋਰਥ ਜਿਹੜਾ ਸੀਗਾ ਉਹ ਆਰਮੀ ਦੀ ਦਰਬਾਰ ਸਾਹਿਬ ਕੰਪਲੈਕਸ ਤੋਂ ਵਾਪਸੀ ਕਰਾਉਣਾ ਸੀਗਾ ਇੱਕ ਤਰੀਕੇ ਨਾਲ। ਲੇਕਿਨ ਉਸ ਤੋਂ ਅੱਗੇ ਇਹ ਜਿਹੜੇ ਹਾਈਜੈਕਰ ਸਨ ਇਸ ਜਹਾਜ਼ ਨੂੰ ਅਮਰੀਕਾ ਤੱਕ ਲਿਜਾਣਾ ਚਾਹੁੰਦੇ ਸਨ, ਖੁਦ ਵੀ ਅਮਰੀਕਾ ਜਾਣਾ ਚਾਹੁੰਦੇ ਸਨ। ਸੋ ਇਸ ਪੂਰੀ ਗੱਲਬਾਤ ਦੇ ਵਿੱਚ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਡਾਇਰੈਕਟਲੀ ਇਹਨਾਂ ਹਾਈਜੈਕਰਸ ਦੇ ਨਾਲ ਖੁਦ ਨੈਗੋਸੀਏਸ਼ਨ ਕੀਤੀ ਤੇ ਨੈਗੋਸੀਏਸ਼ਨ ਦੇ ਦੌਰਾਨ ਉਹਨਾਂ ਨੂੰ ਕਿਸੇ ਵੀ ਸੂਰਤ ਵਿੱਚ ਆਪਣੀ ਧਰਤੀ ਦੇ ਉੱਤੇ ਖੂਨ ਖਰਾਬਾ ਨਾ ਕੀਤੇ ਜਾਣ ਦੀ ਜਿਹੜੀ ਡਿਮਾਂਡ ਵੀ ਕੀਤੀ, ਮੰਗ ਵੀ ਕੀਤੀ। ਇਸ ਦੇ ਐਵਜ਼ ਦੇ ਵਿੱਚ ਜਿਹੜੇ ਵੀ ਕੰਸੈਸ਼ਨ ਸਨ ਜਾਂ ਜੋ ਵੀ ਮੰਗਾਂ ਸਨ ਹਾਈਜੈਕਰਸ ਦੀਆਂ, ਉਹਨਾਂ 'ਚੋਂ ਕਈ ਨੂੰ ਮਨਵਾਉਣ ਲਈ ਤਿਆਰ ਹੋ ਗਏ, ਜਿਸ ਦੇ ਵਿੱਚ ਇੱਕ ਅਹਿਮ ਮੰਗ ਇਹ ਸੀ ਵੀ ਜਿਹੜਾ ਪੋਲੀਟੀਕਲ ਅਸਾਈਲਮ ਹੈ ਉਸ ਦੇ ਤਹਿਤ ਅਮਰੀਕਾ ਦੇ ਵਿੱਚ ਇਹ ਲੋਕਾਂ ਨੂੰ ਭੇਜਿਆ ਜਾਏ। ਸੋ ਸ਼ੇਖ ਬਿਨ ਰਾਸ਼ਿਦ ਹੋਣਾ ਵੱਲੋਂ ਇਹ ਆਪਣੇ ਵੱਲੋਂ ਪਹਿਲ ਕਰਕੇ ਜਾਂ ਆਪਣੇ ਵੱਲੋਂ ਉਹਨਾਂ ਵੱਲੋਂ ਇੱਕ ਪ੍ਰਪੋਜ਼ਲ ਦਿੱਤੀ ਗਈ ਹਾਈਜੈਕਰਸ ਨੂੰ ਵੀ ਉਹ ਅਮਰੀਕਾ ਦੇ ਵਿੱਚ ਪੋਲੀਟੀਕਲ ਅਸਾਈਲਮ ਦੀ ਜਿਹੜੀ ਗੱਲਬਾਤ ਹੈ ਇਹਨਾਂ ਹਾਈਜੈਕਰਸ ਦੇ ਸੰਦਰਭ ਦੇ ਵਿੱਚ ਜਾਂ ਇਹਨਾਂ ਨੂੰ ਲੈ ਕੇ ਉਹ ਤੋਰਨਗੇ, ਕਿਉਂਕਿ ਅਮਰੀਕਾ ਦੇ ਨਾਲ ਸੰਯੁਕਤ ਅਰਬ ਅਮੀਰਾਤ ਦੇ ਮੁਲਕਾਂ ਦੇ ਖਾਸ ਕਰਕੇ ਦੁਬਈ ਦੇ ਜਿਹੜੇ ਸੰਬੰਧ ਸਨ ਉਹ ਬਹੁਤ ਅੱਛੇ ਸਨ, ਅੱਛੇ ਰਹੇ ਹਮੇਸ਼ਾ ਹੀ। ਸੋ ਸ਼ੇਖ ਬਿਨ ਰਾਸ਼ਿਦ ਨੂੰ ਕਾਫੀ ਹੱਦ ਤੱਕ ਕੌਨਫੀਡੈਂਸ ਸੀ ਵੀ ਅਮਰੀਕਾ ਇਨਕਾਰ ਨਹੀਂ ਕਰੇਗਾ। ਲੇਕਿਨ ਜਦੋਂ ਇਹ ਪੂਰੀ ਗੱਲਬਾਤ ਤੁਰੀ, ਭਾਰਤੀ ਜਿਹੜੀ ਸਰਕਾਰ ਸੀ, ਭਾਰਤੀ ਜਿਹੜੇ ਅਫੀਸ਼ੀਅਲ ਸਨ, ਉਹਨਾਂ ਦੀ ਕੋਈ ਜ਼ਿਆਦਾ ਗਹਿਰੀ ਰੁਚੀ ਨਹੀਂ ਸੀ, ਕਿਉਂਕਿ ਉਹ ਇਹਨਾਂ ਹਾਈਜੈਕਰਸ ਨੂੰ ਭਾਰਤ ਵਿੱਚ ਵਾਪਸ ਲਿਆਉਣਾ ਨਹੀਂ ਸਨ ਚਾਹੁੰਦੇ। ਹਾਈਜੈਕਰਸ ਦੀ ਵਾਪਸੀ ਜਾਂ ਉਹਨਾਂ ਨੂੰ ਵਾਪਸ ਭਾਰਤ ਵਿੱਚ ਐਕਸਟ੍ਰਾਡਾਈਟ ਕਰਵਾਉਣਾ ਜਾਂ ਉਹਨਾਂ ਨੂੰ ਡਿਪੋਰਟ ਕਰਵਾਉਣ ਲਈ ਭਾਰਤ ਸਰਕਾਰ ਕੋਈ ਜ਼ਿਆਦਾ ਬਜ਼ਿਦ ਨਹੀਂ ਸੀ। ਭਾਰਤ ਸਰਕਾਰ ਨਹੀਂ ਸੀ ਚਾਹੁੰਦੀ ਵੀ ਹਾਈਜੈਕਰਸ ਨੂੰ ਵਾਪਸ ਦੇਸ਼ ਵਿੱਚ ਲਿਆਇਆ ਜਾਵੇ, ਟ੍ਰਾਇਲ ਇੱਥੇ ਚੱਲੇ ਤੇ ਫਿਰ ਹੋਰ ਪਬਲਿਸਿਟੀ ਮਿਲੇ। ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਜਿਹੜਾ ਨੁਕਸਾਨ ਹੋਇਆ ਸੀ, ਭਾਰਤ ਸਰਕਾਰ ਨੇ ਕੋਈ ਜ਼ਿਆਦਾ ਇਨਸਿਸਟ ਨਹੀਂ ਕੀਤਾ ਵੀ ਇਹ ਲੋਕਾਂ ਨੂੰ ਭਾਰਤ ਵਾਪਸ ਭੇਜਿਆ ਜਾਵੇ। ਲੇਕਿਨ ਜਦੋਂ ਇਹਨਾਂ ਦੇ ਪੋਲੀਟੀਕਲ ਅਸਾਈਲਮ ਦੀ ਗੱਲਬਾਤ ਅਮਰੀਕਾ ਦੇ ਸੰਦਰਭ ਵਿੱਚ ਤੁਰਨੀ ਸ਼ੁਰੂ ਹੋਈ ਤੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਹੋਣਾ ਨੇ ਇਹਨਾਂ ਨੂੰ ਭਰੋਸਾ ਵੀ ਦਵਾਤਾ ਸੀ। ਇਹ ਗੱਲਾਂ ਬਾਤਾਂ ਜਦੋਂ ਭਾਰਤੀ ਸਰਕਾਰ ਜਾਂ ਅਫਸਰਾਂ ਨਾਲ ਸਾਂਝੀਆਂ ਕੀਤੀਆਂ ਗਈਆਂ ਤਾਂ ਭਾਰਤ ਨੂੰ ਲੱਗਾ ਵੀ ਅਮਰੀਕਾ ਦੇ ਵਿੱਚ ਪੋਲੀਟੀਕਲ ਅਸਾਈਲਮ ਲੈਣਾ ਇਸ ਪੂਰੇ ਮੁੱਦੇ ਨੂੰ ਹੋਰ ਨਵੀਂ ਡਾਇਮੈਂਸ਼ਨ ਤੇ ਲਿਜਾਏਗਾ ਤੇ ਇੰਟਰਨੈਸ਼ਨਲ ਪੱਧਰ ਤੇ, ਕੌਮਾਂਤਰੀ ਪੱਧਰ ਤੇ ਇੱਕ ਖਾਮਖਾਹ ਦੀ ਪਬਲਿਸਿਟੀ ਹੈ ਉਹ ਮਿਲ ਰਹੀ ਹੋਏਗੀ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਤੇ ਭਾਰਤੀ ਜਿਹੜੇ ਦੂਤਾਵਾਸ ਦੇ ਆਫੀਸ਼ੀਅਲ ਸਨ ਉਹਨਾਂ ਨੇ ਆਪਣਾ ਰੁਖ ਕਾਫੀ ਜ਼ਿਆਦਾ ਸਖਤ ਕਰ ਲਿਆ। ਇਹਨਾਂ ਹਾਈਜੈਕਰਸ ਨੂੰ ਵਾਪਸ ਡਿਮਾਂਡ ਕਰਨ ਦੇ ਵਿੱਚ ਭਾਰਤ ਸਰਕਾਰ ਹੁਣ ਤੇਜ਼ ਹੋ ਚੁੱਕੀ ਸੀ ਤੇ ਭਾਰਤ ਸਰਕਾਰ ਨੇ ਇਹ ਸਾਫ਼ ਦੱਸਤਾ ਸੀ। ਦੁਬਈ ਦੀ ਸਰਕਾਰ ਤੇ ਦੁਬਈ ਦੇ ਡਿਫੈਂਸ ਮਿਨਿਸਟਰ ਨੂੰ ਭਾਰਤ ਸਰਕਾਰ ਲਗਾਤਾਰ ਇਹ ਕਹਿ ਰਹੀ ਸੀ ਵੀ ਹੁਣ ਇਹ ਹਾਈਜੈਕਰਸ ਨੂੰ ਭਾਰਤ ਨੂੰ ਸੌਂਪਤਾ ਜਾਵੇ। ਇਸ ਦੇ ਨਾਲ ਇੱਕ ਹੋਰ ਬਖੇੜਾ ਜਿਹੜਾ ਖੜਾ ਹੋ ਚੁੱਕਾ ਸੀ ਉਹ ਇਹ ਸੀ ਵੀ ਦੁਬਈ ਦੇ ਵਿੱਚ ਜਿਵੇਂ ਹੀ ਇਹ ਹਾਈਜੈਕਰਸ ਜਿਹੜੇ ਸਨ ਉਹਨਾਂ ਦੇ ਨਾਲ ਪੂਰੀ ਗੱਲਬਾਤ ਜਾਂ ਜੋ ਵੀ ਵੇਰਵੇ ਖੁੱਲ੍ਹ ਕੇ ਆ ਰਹੇ ਸਨ, ਉੱਥੋਂ ਦੀ ਜਿਹੜੀ ਮੀਡੀਆ ਦੀ ਰਿਪੋਰਟਿੰਗ ਸੀ ਉਸ ਦੇ ਵਿੱਚ ਇਹ ਫੈਕਟ ਉੱਭਰ ਕੇ ਸਾਹਮਣੇ ਆਇਆ ਵੀ ਜਿਹੜੀ ਪਿਸਤੌਲ ਇਸ ਹਾਈਜੈਕਿੰਗ ਦੇ ਵਿੱਚ ਵਰਤੀ ਜਾ ਰਹੀ ਸੀ ਜਾਂ ਇਹਨਾਂ ਹਾਈਜੈਕਰਸ ਤੋਂ ਪ੍ਰਾਪਤ ਹੋਈ, ਬਾਅਦ ਦੇ ਵਿੱਚ ਜਦੋਂ ਇਹਨਾਂ ਨੇ ਆਪਣੇ ਆਪ ਨੂੰ ਸਰੈਂਡਰ ਕਰਤਾ, ਉਹ ਪਿਸਤੌਲ ਜਿਹੜੀ ਸੀ ਉਹ ਪਾਕਿਸਤਾਨ ਦੇ ਲਾਹੌਰ 에ਅਰਪੋਰਟ ਤੇ ਇਹਨਾਂ ਲੋਕਾਂ ਨੂੰ ਦਿੱਤੀ ਗਈ ਸੀ। ਸੋ ਕੁਝ ਐਸੇ ਪੈਸੇਂਜਰ ਸਨ ਇਸ ਹਵਾਈ ਜਹਾਜ਼ ਦੇ ਵਿੱਚ ਸਵਾਰ ਸਨ ਜਿਨ੍ਹਾਂ ਨੇ ਕਿ ਇਸ ਚੀਜ਼ ਦੀ ਤਸਦੀਕ ਕੀਤੀ ਸੀ। ਉਹ ਬਿਆਨ ਜਿਹੜਾ ਸੀ ਉਹ UAE ਦੀ ਮੀਡੀਆ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਛਪ ਗਿਆ। ਬਾਅਦ ਦੇ ਵਿੱਚ ਇਹ ਬਹੁਤ ਹੀ ਵੱਡੇ ਇੱਕ ਡਿਪਲੋਮੈਟਿਕ ਵਿਵਾਦ ਦਾ ਵੀ ਵਿਸ਼ਾ ਬਣਾ। ਲੇਕਿਨ ਬਹਰਹਾਲ ਮੁਹੰਮਦ ਸ਼ੇਖ ਬਿਨ ਰਾਸ਼ਿਦ ਜਿਹੜੇ ਸਨ ਉਹਨਾਂ ਨੇ ਕਾਫੀ ਹੱਦ ਤੱਕ ਹਾਈਜੈਕਰਸ ਨੂੰ ਇਸ ਗੱਲ ਲਈ ਮਨਾ ਲਿਆ ਸੀ ਤੇ 36 ਘੰਟੇ ਦੀ ਇੰਟੈਂਸ ਨੈਗੋਸੀਏਸ਼ਨ ਤੇ ਪੂਰੀ ਗੱਲਬਾਤ ਤੋਂ ਬਾਅਦ ਜਿਹੜੇ ਹਾਈਜੈਕਰ ਸਨ ਉਹਨਾਂ ਨੇ ਸਰੈਂਡਰ ਕਰਤਾ ਤੇ ਜਿਹੜੇ ਸਾਰੇ ਯਾਤਰੂ ਸਨ, ਪੈਸੇਂਜਰ ਸਨ, ਤਕਰੀਬਨ 79 ਦੇ ਆਸ-ਪਾਸ ਇਨਕਲੂਡਿੰਗ ਦ ਕਰੂ, ਜਿਸ ਵਿੱਚ ਪਾਇਲਟ ਤੇ ਹੋਰ ਸਾਰਾ ਸਟਾਫ ਵੀ ਸੀ, ਸ਼ਾਮਲ ਸੀ, ਉਹ ਸਾਰੇ ਸੁਰੱਖਿਅਤ ਤੌਰ ਤੇ ਵਾਪਸ ਭਾਰਤ ਪਰਤ ਗਏ। ਹਾਈਜੈਕਰ ਜਿਹੜੇ ਸਨ ਉਹ ਅਗਸਤ 24 ਤੋਂ ਲੈ ਕੇ ਸਤੰਬਰ 3 ਤੱਕ UAE ਦੇ ਵਿੱਚ ਰਹੇ, ਦੁਬਈ ਦੇ ਵਿੱਚ ਰਹੇ ਤੇ ਇਸ ਦੌਰਾਨ ਇਹ ਤਕਰੀਬਨ 10-11 ਦਿਨ ਐਸੇ ਸਨ ਜਦੋਂ ਕਿ ਇੰਟੈਂਸ ਨੈਗੋਸੀਏਸ਼ਨ ਚੱਲੀਆਂ। ਭਾਰਤ ਸਰਕਾਰ ਨੇ ਵੀ ਬਹੁਤ ਜਿਹੜਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਸਾਰੇ ਪੈਸੇਂਜਰ ਯਾਤਰੂ ਵਾਪਸ ਆਏ ਭਾਰਤ ਦੇ ਵਿੱਚ, ਉਹਨਾਂ ਦੀ ਜਦੋਂ ਡੀਬਰੀਫਿੰਗ ਹੋਈ ਉਸ ਵਕਤ ਇਹ ਖੁਲਾਸਾ ਹੋਇਆ ਵੀ ਜਿਹੜੀ ਪਿਸਤੌਲ ਸੀ ਉਹ ਲਾਹੌਰ 에ਅਰਪੋਰਟ ਤੋਂ ਕਿਸੇ ਪਾਕਿਸਤਾਨ ਦੇ ਜਿਹੜੇ ਸੁਰੱਖਿਆ ਕਰਮਚਾਰੀ ਸੀ ਉਸਨੇ ਹੀ ਇਹਨਾਂ ਹਾਈਜੈਕਰਸ ਨੂੰ ਦਿੱਤੀ ਸੀ। ਸੋ ਇਸ ਤੋਂ ਇਹ ਚੀਜ਼ ਸਪਸ਼ਟ ਹੋ ਰਹੀ ਸੀ ਵੀ ਜਿਹੜੇ ਹਾਈਜੈਕਰ ਸਨ ਉਹ ਬਿਨਾਂ ਹਥਿਆਰਾਂ ਦੇ ਹੀ ਚੰਡੀਗੜ੍ਹ ਤੋਂ ਇਸ 에ਅਰਪਲੇਨ ਨੂੰ ਹਾਈਜੈਕ ਕਰਨ ਵਿੱਚ ਕਾਮਯਾਬ ਹੋਏ ਸਨ। ਲੇਕਿਨ ਹਥਿਆਰ ਉਹਨਾਂ ਨੂੰ ਲਾਹੌਰ ਤੋਂ ਮਿਲਣਾ ਪਾਕਿਸਤਾਨ ਸਰਕਾਰ ਲਈ ਇੱਕ ਸੂਤੀ ਸਥਿਤੀ ਖੜਾ ਕਰਨ ਵਾਲਾ ਇੱਕ ਖੁਲਾਸਾ ਸੀ। ਪਾਕਿਸਤਾਨ ਦੇ ਜਿਹੜੇ ਰਾਜਦੂਤ ਸਨ ਦੁਬਈ ਦੇ ਵਿੱਚ, ਅਮੀਰ ਜੰਜੂਆ, ਉਹਨਾਂ ਵੱਲੋਂ ਪੂਰਾ ਦਬਾਅ ਜਿਹੜਾ ਹੈ ਬਣਾਇਆ ਜਾ ਰਿਹਾ ਸੀ ਕਿਉਂਕਿ ਜਦੋਂ ਇਹ ਖੁਲਾਸਾ ਹੋਇਆ ਭਾਰਤ ਦੇ ਵਿੱਚ ਯਾਤਰੂਆਂ ਨੇ ਖੁਲਾਸਾ ਕੀਤਾ, ਭਾਰਤੀ ਮੀਡੀਆ ਦੇ ਵਿੱਚ ਭਾਰਤ ਸਰਕਾਰ ਵੱਲੋਂ ਇਸ ਮੁੱਦੇ ਨੂੰ ਟੇਕਅਪ ਕੀਤਾ ਗਿਆ ਕਿ ਜਿਹੜਾ ਹਥਿਆਰ ਹੈ ਯਾਨੀ ਕਿ ਵੈਪਨ ਹੈ, ਪਿਸਟਲ ਹੈ, ਉਹ ਲਾਹੌਰ ਦੇ ਵਿੱਚ ਇਹਨਾਂ ਹਾਈਜੈਕਰਸ ਨੂੰ ਦਿੱਤਾ ਗਿਆ ਸੀ ਤੇ ਲਾਹੌਰ ਦੇ ਵਿੱਚ ਪਾਕਿਸਤਾਨ ਦੀ ਸੁਰੱਖਿਆ ਏਜੰਸੀਆਂ ਦੇ ਲੋਕਾਂ ਵੱਲੋਂ ਇਹ ਪਿਸਤੌਲ ਉਹਨਾਂ ਨੂੰ ਫੜਾਇਆ ਗਿਆ। ਉਸ ਤੋਂ ਬਾਅਦ ਪਾਕਿਸਤਾਨ ਲਈ ਪੂਰੀ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡੀ ਨਮੋਸ਼ੀ ਦਾ ਸਬਬ ਇਸਨੇ ਹੋਣਾ ਸੀ। ਸੋ ਪਾਕਿਸਤਾਨ ਦੇ ਐਂਬੈਸਡਰ ਨੇ, ਪਾਕਿਸਤਾਨ ਦੀ ਸਰਕਾਰ ਨੇ ਪੂਰਾ ਜ਼ੋਰ ਲਾਤਾ ਤੇ ਦੁਬਈ ਸਰਕਾਰ ਦੇ ਉੱਤੇ ਦਬਾਅ ਬਣਾਇਆ ਵੀ ਕਿਸੇ ਤਰੀਕੇ ਨਾਲ ਇਸ ਥਿਊਰੀ ਨੂੰ ਗਲਤ ਕਰਾਰ ਦਿੱਤਾ ਜਾਏ। ਇਸੇ ਤਹਿਤ ਦੁਬਈ ਦੇ ਜਿਹੜੇ ਪੁਲਿਸ ਚੀਫ ਸਨ
ਉਹਨਾਂ ਦਿਨਾਂ ਵਿੱਚ ਉਹਨਾਂ ਦਾ ਇੱਕ ਬਿਆਨ ਵੀ ਟੀਵੀ ਦੇ ਵਿੱਚ ਰਿਕਾਰਡ ਕਰਾ ਕੇ ਇੱਕ ਟੀਵੀ ਇੰਟਰਵਿਊ ਦੇ ਜ਼ਰੀਏ ਨਸ਼ਰ ਕੀਤਾ ਗਿਆ, ਜਿਸ ਵਿੱਚ ਕਿ ਉਹਨਾਂ ਨੇ ਇਸ ਗੱਲ ਦੀ ਤਸਦੀਕ ਕੀਤੀ ਸੀ ਵੀ ਜਿਹੜੇ ਹਾਈਜੈਕਰ ਜਦੋਂ ਉਹਨਾਂ ਤੋਂ ਪੁੱਛਗਿੱਛ ਦੁਬਈ ਦੇ ਵਿੱਚ ਹੋਈ ਸੀ ਉਸ ਵਕਤ ਉਹਨਾਂ ਨੇ ਇਸ ਚੀਜ਼ ਦਾ ਇੰਕਸ਼ਾਫ ਕੀਤਾ ਵੀ ਉਹਨਾਂ ਕੋਲ ਹਥਿਆਰ ਜਿਹੜਾ ਸੀ, ਵੈਪਨ ਜਾਂ ਪਿਸਟਲ ਜਿਹੜੀ ਸੀ ਉਹ ਚੰਡੀਗੜ੍ਹ 에ਅਰਪੋਰਟ ਤੋਂ ਹੀ ਮੌਜੂਦ ਸੀ। ਲੇਕਿਨ ਇਸ ਦੇ ਨਾਲ ਹੀ ਇੱਕ ਦੁਬਈ ਦਾ ਅਖਬਾਰ ਸੀ ਜਿਸ ਨੇ ਕਿ ਖਬਰ ਛਾਪਤੀ ਸੀ, ਕਿਉਂਕਿ ਉਸਨੇ ਜਦੋਂ ਪੈਸੇਂਜਰ ਉਤਰੇ ਸਨ, ਜੋ ਵੀ ਯਾਤਰੂ ਥੱਲੇ ਉਤਰੇ ਸਨ, ਉਹਨਾਂ ਦਾ ਅੱਖੀ ਡਿੱਠਾ ਹਾਲ ਜਾਂ ਉਹਨਾਂ ਦਾ ਜਿਹੜਾ ਅਕਾਊਂਟ ਜਦੋਂ ਛਾਪਿਆ ਸੀ ਉਸ ਵਿੱਚ ਕੁਝ ਪੈਸੇਂਜਰਸ ਨੇ ਤਸਦੀਕ ਕੀਤੀ ਸੀ ਵੀ ਇਹ ਜਿਹੜਾ ਪਿਸਤੌਲ ਹੈ ਲਾਹੌਰ 에ਅਰਪੋਰਟ ਦੇ ਹੈਂਡਓਵਰ ਕੀਤਾ ਗਿਆ ਹਾਈਜੈਕਰਸ ਨੂੰ। ਇਹ ਖਬਰ ਛਪ ਚੁੱਕੀ ਸੀ। ਬਾਅਦ ਦੇ ਵਿੱਚ ਦੁਬਈ ਸਰਕਾਰ ਦੇ ਵੱਲੋਂ ਉਹਨਾਂ ਦੇ ਪੱਖੋਂ ਬਹੁਤ ਜ਼ਿਆਦਾ ਦਬਾਅ ਬਣਾਇਆ ਗਿਆ ਤੇ ਉਸ ਤੋਂ ਬਾਅਦ ਇਸ ਅਖਬਾਰ ਤੋਂ ਵੀ ਇੱਕ ਮਾਫੀਨਾਮਾ ਜਿਹੜਾ ਹੈ ਉਹ ਅਖਬਾਰਾਂ ਦੇ ਵਿੱਚ ਛਪਵਾਇਆ ਗਿਆ ਤਾਂ ਕਿ ਪਾਕਿਸਤਾਨ ਦੀ ਜਿਹੜੀ ਕਸੂਤੀ ਸਥਿਤੀ ਹੈ ਉਹ ਥੋੜੀ ਜਿਹੀ ਬਿਹਤਰ ਹੋ ਸਕੇ। ਸੋ ਪਾਕਿਸਤਾਨ ਆਪਣੀ ਜਿਹੜੀ ਸਾਖ ਤੇ ਇੱਜ਼ਤ ਇਸ ਪੂਰੇ ਕੇਸ ਦੇ ਵਿੱਚ ਬਚਾਉਣ ਦੀ ਕੋਸ਼ਿਸ਼ ਕਰਦਾ ਰਿਹਾ, ਕਿਉਂਕਿ ਲਾਹੌਰ ਤੇ ਕਰਾਚੀ ਦੋ ਜਗ੍ਹਾ ਉਹਨਾਂ ਨੇ ਹੀ ਇਸ ਪਲੇਨ ਦੀ ਰਿਫਿਊਲਿੰਗ ਵੀ ਕੀਤੀ ਸੀ ਤੇ ਹਥਿਆਰ ਵੀ ਹੁਣ ਲਾਹੌਰ ਦੇ ਵਿੱਚ ਓਰੀਜਿਨੇਟ ਕੀਤੇ ਜਾਣ ਦੀ ਗੱਲਾਂ ਬਾਤਾਂ ਆ ਰਹੀਆਂ ਸਨ। ਇਸ ਦੌਰਾਨ ਜਿਹੜੀ ਵੱਡੀ ਡਿਪਲੋਮੈਸੀ ਚੱਲਦੀ ਰਹੀ, ਜੋ ਕਿ ਅਗਸਤ 25 ਤੋਂ ਲੈ ਕੇ ਸਤੰਬਰ 3 ਤੱਕ ਚੱਲਦੀ ਰਹੀ, ਉਹ ਸੀ USA ਦੇ ਪੱਖੋਂ, ਯਾਨੀ ਕਿ ਦੁਬਈ ਤੇ USA ਦੇ ਵਿੱਚ ਇੱਕ ਟਕਰਾਅ ਦੇ ਵਿੱਚ ਭਾਰਤ ਸਰਕਾਰ ਨੇ ਵੀ ਆਪਣਾ ਜ਼ੋਰ ਲਾਤਾ ਸੀ, ਕਿਉਂਕਿ ਹੁਣ ਭਾਰਤ ਸਰਕਾਰ ਹਾਈਜੈਕਰਸ ਨੂੰ ਵਾਪਸ ਇੰਡੀਆ ਦੇ ਵਿੱਚ ਚਾਹੁੰਦੀ ਸੀ। ਭਾਰਤ ਸਰਕਾਰ ਨੇ ਇਸ ਚੀਜ਼ ਦਾ ਦਬਾਅ ਲਗਾਤਾਰ US ਤੇ ਬਣਾਇਆ। US ਨੇ ਇਨੀਸ਼ੀਅਲੀ ਯਾਨੀ ਕਿ ਸ਼ੁਰੂਆਤੀ ਸਟੇਜ ਦੇ ਉੱਤੇ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੇ ਵੱਲੋਂ ਜਦੋਂ ਉਹਨਾਂ ਨੂੰ ਗੁਜ਼ਾਰਿਸ਼ ਕੀਤੀ ਗਈ, ਕਿਉਂਕਿ ਇੱਕ ਵਾਅਦਾ ਸੀ ਜੋ ਕਿ ਹਾਈਜੈਕਰਸ ਦੇ ਨਾਲ ਸ਼ੇਖ ਮੁਹੰਮਦ ਬਿਨ ਰਾਸ਼ਿਦ ਨੇ ਕੀਤਾ ਸੀ ਵੀ ਪੋਲੀਟੀਕਲ ਅਸਾਈਲਮ ਅਮਰੀਕਾ ਦੇ ਵਿੱਚ ਉਹਨਾਂ ਨੂੰ ਦਿਵਾਉਣਗੇ। ਸੋ ਅਮਰੀਕਾ ਨੇ ਪਹਿਲਾਂ ਹਾਂ ਕਰਤੀ ਤੇ ਅਮਰੀਕਾ ਦੀ ਹਾਂ ਕਰਨ ਤੋਂ ਬਾਅਦ ਹੀ ਭਾਰਤ ਸਰਕਾਰ ਹਰਕਤ ਵਿੱਚ ਆਈ। ਭਾਰਤ ਸਰਕਾਰ ਨੇ ਆਪਣੇ ਸਖਤ ਜਿਹੜੇ ਇਤਰਾਜ਼ ਸਨ ਉਹ ਅਮਰੀਕਾ ਸਰਕਾਰ ਦੇ ਸਾਹਮਣੇ ਰੱਖੇ, ਜਿਸ ਤੋਂ ਬਾਅਦ ਕਿ ਅਮਰੀਕਾ ਦੇ ਜਿਹੜੇ ਐਂਬੈਸਡਰ ਸਨ ਉਸ ਦੇ ਇਲਾਵਾ ਹੋਰ ਬਹੁਤ ਸੇ ਅਫੀਸ਼ੀਅਲਸ 31 ਅਗਸਤ ਦੇ ਦਿਨ ਦੁਬਈ ਪਹੁੰਚੇ। ਦੁਬਈ ਪਹੁੰਚ ਕੇ ਉਹਨਾਂ ਨੇ ਅਮਰੀਕਾ ਸਰਕਾਰ ਦਾ ਜਿਹੜਾ ਫੈਸਲਾ, ਜੋ ਕਿ ਇਨੀਸ਼ੀਅਲ ਸਟੇਜ ਤੇ ਹਾਮੀ ਉਹਨਾਂ ਨੇ ਭਰੀ ਸੀ ਪੋਲੀਟੀਕਲ ਅਸਾਈਲਮ ਦੀ ਪ੍ਰੋਪਰ ਡਾਕੂਮੈਂਟੇਸ਼ਨ ਦੇ ਉੱਤੇ ਆਧਾਰਿਤ, ਉਸ ਤੋਂ ਮੁਨਕਰ ਹੋ ਗਏ। ਉਹਨਾਂ ਨੇ ਰਿਫਿਊਜ਼ ਕਰਤਾ। ਅਮਰੀਕਾ ਨੇ ਪੋਲੀਟੀਕਲ ਅਸਾਈਲਮ ਜਿਹੜਾ ਸੀ ਉਹ ਰਿਫਿਊਜ਼ ਕਰਤਾ ਸੀ ਇਹਨਾਂ ਸਾਰੇ ਹਾਈਜੈਕਰਸ ਨੂੰ, ਜਿਸ ਤੋਂ ਬਾਅਦ ਕਿ ਸ਼ੇਖ ਮੁਹੰਮਦ ਬਿਨ ਰਾਸ਼ਿਦ ਦੀ ਜਿਹੜੀ ਪੋਜੀਸ਼ਨ ਸੀ ਉਹ ਬੜੀ ਕਸੂਤੀ ਫਸ ਗਈ। ਸ਼ੇਖ ਮੁਹੰਮਦ ਬਿਨ ਰਾਸ਼ਿਦ ਉਸ ਤੋਂ ਬਾਅਦ ਅਮਰੀਕਾ ਸਰਕਾਰ ਦੇ ਨਾਲ ਇਸ ਪੂਰੇ ਗੱਲਬਾਤ ਨੂੰ ਟੇਕ ਅਪ ਕਰਦੇ ਰਹੇ। ਉਹਨਾਂ ਨੇ ਇੱਥੋਂ ਤੱਕ ਰਿਕੁਐਸਟ ਵੀ ਕੀਤੀ ਵੀ ਬੇਸ਼ੱਕ ਇਹਨਾਂ ਨੂੰ ਅਮਰੀਕਾ ਦੇ ਇੱਕ ਹਵਾਈ ਅੱਡੇ ਤੇ ਉਤਾਰ ਕੇ ਵਾਪਸ ਭਾਰਤ ਡਿਪੋਰਟ ਕਰਤਾ ਜਾਵੇ, ਲੇਕਿਨ ਇਹਨਾਂ ਨੂੰ ਇੱਕ ਵਾਰ ਅਮਰੀਕਾ ਜ਼ਰੂਰ ਲਿਜਾਇਆ ਜਾਵੇ। ਲੇਕਿਨ ਇਸ ਗੱਲ ਉੱਤੇ ਅਮਰੀਕਾ ਜਿਹੜੀ ਸਰਕਾਰ ਸੀ ਉਹ ਨਹੀਂ ਮੰਨੀ। ਅਮਰੀਕਾ ਦੇ ਜਿਹੜੇ ਡਿਪਲੋਮੈਟ ਸਨ, ਸੈਕਟਰੀ ਆਫ ਸਟੇਟ ਦੇ ਜਿਹੜੇ ਉੱਥੇ ਦੇ ਨੁਮਾਇੰਦੇ ਜੋ ਕਿ 31 ਅਗਸਤ ਨੂੰ ਦੁਬਈ ਪਹੁੰਚੇ ਸਨ, ਉਹਨਾਂ ਨੇ ਇਸ ਚੀਜ਼ ਤੋਂ ਇਨਕਾਰ ਕਰਤਾ। ਸੋ ਲੈ ਦੇ ਕੇ ਇਹ ਪੂਰੀ ਕਹਾਣੀ ਮੁੱਕੀ ਤੇ UAE ਵੱਲੋਂ ਭਾਰਤ ਵਿੱਚ ਹੀ ਇਹਨਾਂ ਹਾਈਜੈਕਰਸ ਨੂੰ ਭੇਜਿਆ ਜਾਣਾ ਤੈਅ ਹੋ ਚੁੱਕਾ ਸੀ। ਲੇਕਿਨ ਅਜਿਹੀ ਸਥਿਤੀ ਵਿੱਚ ਸ਼ੇਖ ਮੁਹੰਮਦ ਬਿਨ ਰਾਸ਼ਿਦ ਹੁਣ ਆਪਣੀ ਸਾਖ ਕਿਵੇਂ ਬਚਾਉਂਦੇ, ਇਸ ਲਈ ਇੱਕ ਐਸਾ ਮੁਕੱਦਮਾ ਸੀ, ਇੱਕ ਐਸਾ ਕੇਸ ਸੀ ਜਿਸ ਦੇ ਤਹਿਤ ਕਿ ਇੱਕ ਭਾਰਤੀ ਸੀ, ਸੀਤਾਰਮਨ ਨਾਂ ਦੱਸਿਆ ਜਾਂਦਾ ਹੈ, ਜਿਸ ਨੇ ਕਿ ਦੁਬਈ ਦੇ ਵਿੱਚ ਇੱਕ ਬੜਾ ਵੱਡਾ ਫਰਾਡ ਕੀਤਾ ਸੀ। ਉੱਥੋਂ ਦੀ ਇੱਕ ਮਿਨਿਸਟਰੀ ਜਿਹੜੀ ਟੂਰਿਸਟ ਮਿਨਿਸਟਰੀ ਸੀ ਉਹਦੇ ਨਾਲ ਤਕਰੀਬਨ 8.5 ਲੱਖ ਦੀ ਠੱਗੀ ਉਹਨਾਂ ਦਿਨਾਂ ਵਿੱਚ ਮਾਰ ਕੇ ਉਹ ਸੀਤਾਰਮਨ ਨਾਂ ਦਾ ਜਿਹੜਾ ਬੰਦਾ ਸੀ ਉਹ ਭਾਰਤ ਵਿੱਚ ਆ ਕੇ ਛੁਪਿਆ ਹੋਇਆ ਸੀ ਤੇ ਉਸ ਨੂੰ ਲੈ ਕੇ ਦੁਬਈ ਵੱਲੋਂ ਭਾਰਤ ਸਰਕਾਰ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ। ਸੋ ਜਦੋਂ ਇਹ ਹਾਈਜੈਕਰਸ ਦਾ ਮਾਮਲਾ ਉੱਠਿਆ ਤੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਪੋਲੀਟੀਕਲ ਅਸਾਈਲਮ ਨੇ ਇਨਕਾਰ ਕਰਤਾ ਗਿਆ। ਮੁਹੰਮਦ ਸ਼ੇਖ ਬਿਨ ਰਾਸ਼ਿਦ ਕੋਲ ਕੁਝ ਦੱਸਣ ਲਈ ਨਹੀਂ ਰਿਹਾ ਵੀ ਉਹ ਕੀ ਕੰਸੈਸ਼ਨ ਭਾਰਤ ਤੋਂ ਲੈ ਸਕਦੇ ਨੇ। ਉਸ ਹਾਲਾਤ ਦੇ ਵਿੱਚ ਇਸ ਸੀਤਾਰਮਨ ਦੇ ਜਿਹੜੇ ਕੇਸ ਨੂੰ ਕੱਢਿਆ ਗਿਆ ਤੇ ਬਾਅਦ ਦੇ ਵਿੱਚ ਇੱਕ ਬਾਰਗੇਨ ਜਿਹੜੀ ਸੀ ਉਹ ਕੀਤੀ ਗਈ। 8.5 ਲੱਖ ਦੀ ਠੱਗੀ ਮਾਰਨ ਵਾਲੇ ਸੀਤਾਰਮਨ ਨੂੰ ਭਾਰਤ ਨੇ ਦੁਬਈ ਨੂੰ ਸੌਂਪਣ ਦਾ ਫੈਸਲਾ ਲਿਆ ਤੇ ਉਸ ਦੇ ਐਵਜ਼ ਦੇ ਵਿੱਚ ਉਹ ਜਿਹੜੇ 7 ਹਾਈਜੈਕਰ ਸਨ, ਕਮਲਜੀਤ ਸੰਧੂ ਤੇ ਹੋਰ ਲੋਕ, ਉਹਨਾਂ ਨੂੰ ਭਾਰਤ ਨੂੰ ਸੌਂਪਿਆ ਜਾਣਾ ਸੀ। ਸੋ 3 ਸਤੰਬਰ 1984 ਨੂੰ ਇਸ ਹਾਈਜੈਕਿੰਗ ਤੋਂ ਤਕਰੀਬਨ 9 ਦਿਨ ਬਾਅਦ ਇਹ ਸਾਰੇ ਦੇ ਸਾਰੇ ਜਿਹੜੇ ਹਾਈਜੈਕਰ ਸਨ ਉਹਨਾਂ ਨੂੰ ਭਾਰਤ ਵਿੱਚ ਡਿਪੋਰਟ ਕਰਤਾ ਗਿਆ। ਦਿੱਲੀ ਦੇ ਵਿੱਚ ਉਹ ਲੈਂਡ ਕੀਤੇ, ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹੀ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਕਿ ਇੱਕ ਵਿਸ਼ੇਸ਼ ਅਦਾਲਤ ਜੋ ਕਿ ਉਹਨਾਂ ਦਿਨਾਂ ਦੇ ਵਿੱਚ 에ਅਰਪੋਰਟ ਤੇ ਹੀ ਲੱਗਿਆ ਕਰਦੀ ਸੀ, ਉਸਨੇ ਉਹਨਾਂ ਨੂੰ 20 ਦਿਨ ਦੇ ਰਿਮਾਂਡ ਉੱਤੇ ਭੇਜਤਾ। ਉਸ ਤੋਂ ਬਾਅਦ ਕਾਫੀ ਪੁੱਛਗਿੱਛ ਤੇ ਇੰਟੈਰੋਗੇਸ਼ਨ ਇਹ ਜਿਹੜੇ 7 ਹਾਈਜੈਕਰ ਸਨ ਇਹਨਾਂ ਦੀ ਹੋਈ। ਇਸ ਇੰਟੈਰੋਗੇਸ਼ਨ ਦੇ ਦੌਰਾਨ ਉਹਨਾਂ ਨੇ ਕਈ ਖੁਲਾਸੇ ਕੀਤੇ ਤੇ ਇਸ ਪੂਰੀ ਜਿਹੜੀ ਗੱਲਬਾਤ ਸੀ, ਇਸ ਪੁੱਛਗਿੱਛ ਦੇ ਦੌਰਾਨ ਜੰਮੂ ਤੋਂ ਇੱਕ ਐਸੀ ਜਥੇਬੰਦੀ ਵੱਲੋਂ ਜਿਸ ਦਾ ਕਿ ਨਾ ਤੇ ਖੁਲਾਸਾ ਨਹੀਂ ਸੀ ਸਾਹਮਣੇ ਆ ਪਾਇਆ, ਲੇਕਿਨ ਬਹੁਤ ਸੇ ਐਸੇ ਲੀਡਰ ਸਨ ਜਿਨ੍ਹਾਂ ਨੇ ਗੁਪਤ ਤਰੀਕੇ ਨਾਲ ਬਹੁਤ ਸੇ ਐਸੇ ਹਥਿਆਰਬੰਦ ਸਿੱਖ ਖਾੜਕੂਆਂ ਜਾਂ ਐਸੀ ਜਥੇਬੰਦੀਆਂ ਨੂੰ ਟ੍ਰੇਨਿੰਗ ਦਾ ਜਿਹੜਾ ਸਿਲਸਿਲਾ ਉਹਨਾਂ ਦੇ ਨਾਲ ਵੀ ਸ਼ੁਰੂ ਕਰ ਰੱਖਿਆ ਸੀ, ਜਿਸ ਦੇ ਤਹਿਤ ਕਿ ਖਾਸ ਕਰਕੇ ਹਵਾਈ ਜਹਾਜ਼ਾਂ ਦੀ ਹਾਈਜੈਕਿੰਗ ਉਹਨਾਂ ਤੋਂ ਕਰਾਈ ਜਾਂਦੀ ਸੀ। ਤੋ ਇਹੀ ਜਿਹੜਾ ਟ੍ਰੈਂਡ ਤੇ ਇਹੜੀ ਮੋਡਸ ਆਪਰੈਂਡੀ ਜਿਹੜਾ ਸੀਗਾ ਉਹ 6 ਜੁਲਾਈ ਦੀ ਹਾਈਜੈਕਿੰਗ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਸੀ, ਜਿਸ ਦੇ ਵਿੱਚ ਕਿ 4 ਜਿਹੜੇ ਹਾਈਜੈਕਰਸ ਦੀ ਪਛਾਣ ਤੱਕ ਪ੍ਰੋਪਰਲੀ ਨਹੀਂ ਹੋ ਪਾਈ ਸੀ। ਸੋ ਇਹ ਜਿਹੜੇ ਸਾਰੇ ਖੁਲਾਸੇ ਹੋਏ, ਜਿਸ ਤੋਂ ਬਾਅਦ ਕਿ ਅਵਤਾਰ ਸਿੰਘ ਨਾਂ ਦੇ ਹੋਰ ਇੱਕ ਖਾੜਕੂ ਨੂੰ ਵੀ ਜੰਮੂ ਦੇ ਇਲਾਕੇ 'ਚੋਂ ਫੜਿਆ ਗਿਆ। ਸੋ ਕਈ ਚੀਜ਼ਾਂ, ਕਈ ਗੱਲਾਂ ਬਾਤਾਂ ਉੱਭਰ ਕੇ ਸਾਹਮਣੇ ਆਈਆਂ। ਸੋ ਲੈ ਦੇ ਕੇ ਇਹ ਜਿਹੜੀ ਪੂਰੀ ਹਾਈਜੈਕਿੰਗ ਸੀ, ਇਸ ਦਾ ਜਿਹੜਾ ਕੇਸ ਤੇ ਟ੍ਰਾਇਲ ਸੀ ਉਹ ਭਾਰਤ ਵਿੱਚ ਚੱਲਿਆ ਤੇ ਇਸ ਪੂਰੇ ਮੁਕੱਦਮੇ ਦੇ ਵਿੱਚ ਜਿਹੜਾ ਫੈਸਲਾ ਸੀ 1993 ਦੇ ਵਿੱਚ ਸੁਣਾਇਆ ਗਿਆ। 1993 ਦੇ ਵਿੱਚ ਸਾਰੇ ਦੇ ਸਾਰੇ 7 ਹਾਈਜੈਕਰਸ ਨੂੰ
ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਸੁਣਾਤੀ ਗਈ ਸੀ। ਲੇਕਿਨ ਜਦੋਂ ਇਹ ਫੈਸਲਾ ਅਦਾਲਤ ਵੱਲੋਂ ਸੁਣਾਇਆ ਗਿਆ ਉਸ ਵਕਤ ਇਨ ਆਲਰੇਡੀ ਤਕਰੀਬਨ 9 ਸਾਲ ਤੋਂ ਜੇਲ੍ਹ ਵਿੱਚ ਸਨ। 1997 ਦੇ ਵਿੱਚ 1997 ਤੇ 98 ਦਾ ਉਹ ਸਾਲ ਸੀ ਜਦੋਂ ਕਿ ਇਹਨਾਂ ਦੀ ਸਜ਼ਾ ਮਾਫੀ ਜਿਹੜੀ ਹੈ ਉਹ ਸੰਭਵ ਹੋ ਪਾਈ ਤੇ ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਵੱਲੋਂ ਇਹਨਾਂ ਦੀ ਜਿਹੜੀ ਸਜ਼ਾ ਸੀ ਉਸ ਨੂੰ ਕਮਿਊਟ ਕੀਤਾ ਗਿਆ। ਸੋ 1997 ਦੇ ਵਿੱਚ ਇਹਨਾਂ ਦੀ ਜਿਹੜੀ ਸਜ਼ਾ ਮਾਫੀ ਸੀ ਉਹ ਸੰਭਵ ਹੋ ਪਾਈ ਤੇ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਛੱਡਤਾ ਗਿਆ। 12 ਸਾਲ ਤੋਂ ਬਾਅਦ ਇਹਨਾਂ ਨੇ ਜੇਲ੍ਹਾਂ ਕੱਟੀਆਂ। ਬਹੁਤ ਸੇ ਜਿਹੜੇ ਹਾਈਜੈਕਰ ਅੱਜ ਵੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਹੀ ਰਹਿ ਰਹੇ ਹੈਗੇ ਨੇ। ਇਸ ਤੋਂ ਬਾਅਦ ਅਮਰਿੰਦਰ ਸਿੰਘ ਜੋ ਕਿ ਇੱਕ ਹਾਈਜੈਕਰ ਸਨ, ਉਹਨਾਂ ਵੱਲੋਂ ਇੱਕ SGPC ਦਾ ਚੋਣ ਵੀ ਲੜਿਆ ਗਿਆ ਸੀ ਤੇ ਉਹ SGPC ਦੇ ਮੈਂਬਰ ਦੇ ਵਜੋਂ ਵੀ ਚੁਣੇ ਗਏ ਸਨ। ਸੋ ਇੱਕ ਬਹੁਤ ਹੀ ਦਿਲਚਸਪ ਇੱਕ ਹਾਈਜੈਕਿੰਗ ਸੀ ਤੇ ਇਹ ਉਹਨਾਂ 5 ਹਾਈਜੈਕਿੰਗਸ ਦੇ 3 ਵੱਡੇ ਹਾਈ ਪ੍ਰੋਫਾਈਲ ਜਾਂ ਵੱਡੀਆਂ ਹਾਈਜੈਕਿੰਗਸ ਮੰਨੀਆਂ ਜਾਣ ਵਾਲੇ ਕੇਸਾਂ ਵਿੱਚੋਂ ਇੱਕ ਸੀ ਜੋ ਕਿ 1981 ਤੋਂ ਸ਼ੁਰੂ ਹੋਏ ਤੇ 1984 ਤੱਕ ਉਹ ਸਿਲਸਿਲਾ ਚੱਲਦਾ ਰਿਹਾ। ਇਹ ਤਕਰੀਬਨ ਆਖਰੀ ਉਹ ਹਾਈਜੈਕਿੰਗ ਸੀ ਜੋ ਕਿ ਸਿੱਖ ਖਾੜਕੂਆਂ ਵੱਲੋਂ ਕੀਤੀ ਗਈ ਸੀ। ਤੇ ਇਹ ਵੀ ਦੱਸਦੇ ਵੀ ਇਸ ਹਾਈਜੈਕਿੰਗ ਤੋਂ ਬਾਅਦ ਇੱਕ ਬਹੁਤ ਲੰਬੇ ਚੌੜੇ ਲੈਵਲ ਦੇ ਉੱਤੇ ਭਾਰਤ ਸਰਕਾਰ ਕੈਬਨਿਟ ਯੂਨੀਅਨ ਕੈਬਨਿਟ ਵੱਲੋਂ SOPs ਜਾਂ ਸਟੈਂਡਰਡ ਆਪਰੇਟਿੰਗ ਪ੍ਰੋਟੋਕੋਲਸ ਵਗੈਰਾ ਉਹ ਤੈਅ ਕੀਤੇ ਗਏ। ਇੱਕ ਮੈਨੂਅਲ ਬਕਾਇਦਾ ਜਿਹੜਾ ਸੀ ਉਹ ਇਸ਼ੂ ਕੀਤਾ ਗਿਆ ਵੀ ਹਾਈਜੈਕਿੰਗ ਦੇ ਕੇਸ ਦੇ ਵਿੱਚ ਜਿਹੜੇ ਪੈਸੇਂਜਰ ਹੈਗੇ ਨੇ, ਕਰੂ ਹੈਗੇ ਨੇ, ਉਹ ਕਿਵੇਂ ਰਿਸਪੌਂਸ ਕਰਨਗੇ, ਜਿਸ ਦੇ ਵਿੱਚ ਕਿ ਤੁਸੀਂ ਹਾਈਜੈਕਰਸ ਨੂੰ ਪਰੇਸ਼ਾਨ ਨਾ ਕਰੋ, ਉਹਨਾਂ ਦੇ ਨਾਲ ਸਿਆਸੀ ਬਹਿਸ ਦੇ ਵਿੱਚ ਨਾ ਉਲਝੋ, ਆਈਡੀਓਲੋਜੀਕਲ ਬਹਿਸਾਂ ਉਹਨਾਂ ਦੇ ਨਾਲ ਨਾ ਕਰੋ, ਕੋਈ ਵੀ ਐਸਾ ਹਰਕਤ ਨਾ ਕਰੋ ਜਿਸ ਤੋਂ ਕਿ ਉਹਨਾਂ ਨੂੰ ਲੱਗੇ ਵੀ ਤੁਸੀਂ ਉਹਨਾਂ ਲਈ ਖਤਰਾ ਬਣ ਸਕਦੇ ਹੋ। ਸੋ ਇੱਕ ਤਰੀਕੇ ਦਾ ਪ੍ਰੋਪਰ ਮੈਨੂਅਲ ਬਣਾਇਆ ਗਿਆ ਤੇ ਉਸ ਨੂੰ ਨਸ਼ਰ ਕੀਤਾ ਜਾਂਦਾ ਸੀ। ਹਵਾਈ ਜਹਾਜ਼ਾਂ ਦੇ ਵਿੱਚ ਵੀ ਉਹ ਲੋਕਾਂ ਨੂੰ ਦਿੱਤਾ ਜਾਂਦਾ ਸੀ ਜਿਹੜੇ ਲੋਕ ਹਵਾਈ ਸਫ਼ਰ ਉਹਨਾਂ ਦਿਨਾਂ ਵਿੱਚ ਇੰਨਾ ਕਾਮਨ ਨਹੀਂ ਹੋਇਆ ਕਰਦਾ ਸੀ, ਉਹਨਾਂ ਨੂੰ ਇਹ ਮੈਨੂਅਲ ਦਿੱਤਾ ਜਾਂਦਾ ਸੀ। ਇਸ ਦੇ ਨਾਲ ਹੀ ਉਸ ਵਕਤ ਇਸ ਕਿਸਮ ਦੇ ਪਲਾਨ ਵੀ ਆਏ ਵੀ ਕੁਝ ਪਲੇਨ ਵਰਦੀ ਦੇ ਵਿੱਚ, ਸਾਦੀ ਵਰਦੀ ਦੇ ਵਿੱਚ ਕਮਾਂਡੋ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਔਨ ਬੋਰਡ ਰੱਖਿਆ ਜਾਵੇ। ਵੱਡੇ ਜਹਾਜ਼ਾਂ ਦੇ ਵਿੱਚ 3 ਕਮਾਂਡੋ ਤੇ ਛੋਟੇ ਜਹਾਜ਼ਾਂ ਦੇ ਵਿੱਚ 2 ਕਮਾਂਡੋ। ਇਸ ਦੇ ਨਾਲ ਹੀ ਏਅਰਪੋਰਟਾਂ ਦੀ ਸੁਰੱਖਿਆ ਨੂੰ ਲੈ ਕੇ ਏਵੀਏਸ਼ਨ ਸੇਫਟੀ ਪੱਖੋਂ ਵੀ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਜਿਹੜੀ ਏਅਰਪੋਰਟਾਂ ਦੀ ਸੁਰੱਖਿਆ ਹੁੰਦੀ ਸੀ ਉਹ ਰਿਜ਼ਰਵ ਫੋਰਸਿਸ ਕੋਲ ਨਹੀਂ ਸੀ। ਸੋ ਰਿਜ਼ਰਵ ਫੋਰਸਿਸ ਆ ਜਿਹੜੀ CISF ਅੱਜ ਦੀ ਤਰੀਕ ਦੇ ਵਿੱਚ ਇੰਡੀਅਨ ਏਅਰਪੋਰਟ, ਸਾਰੇ ਜਿਹੜੇ ਏਅਰਪੋਰਟਸ ਹੈਗੇ ਨੇ ਉਹਨਾਂ ਦੀ ਰਾਖੀ ਜਿਹੜੀ ਹੈ ਉਹ CISF ਕਰਦੀ ਹੈ। ਸੋ ਪ੍ਰਪੋਜ਼ਲ ਉਹਨਾਂ ਦਿਨਾਂ ਦੇ ਵਿੱਚੋਂ ਹੀ ਮੂਟ ਹੋਇਆ ਸੀ ਤੇ ਇਹਨਾਂ ਘਟਨਾਵਾਂ ਨੇ ਹੀ ਉਸ ਦਾ ਇੱਕ ਆਧਾਰ ਤੇ ਮੁੱਢ ਬੰਨਿਆ ਸੀ, ਜਿਸ ਤੋਂ ਬਾਅਦ ਕਿ ਭਾਰਤ ਦੇ ਵਿੱਚ ਏਅਰ ਸੇਫਟੀ ਦੇ ਨਾਂ ਦੇ ਉੱਤੇ ਜਾਂ ਏਅਰਪੋਰਟਸ ਦੀ ਸਿਕਿਉਰਿਟੀ ਜਾਂ ਫਿਰ ਇਨ ਫਲਾਈਟ ਜਿਹੜੀ ਸੇਫਟੀ ਹੈ ਉਸ ਨੂੰ ਬਹੁਤ ਤਰਜੀਹ ਦਿੱਤੀ ਜਾਣ ਲੱਗੀ ਤੇ ਬਹੁਤ ਹੀ ਐਸੇ ਸਟ੍ਰਿੰਜੈਂਟ ਪ੍ਰੋਟੋਕੋਲਸ ਜਿਹੜੇ ਹੈਗੇ ਨੇ ਉਹ ਸਥਾਪਿਤ ਕੀਤੇ ਗਏ। ਬੇਸ਼ੱਕ ਉਹ ਇੱਕ ਵੱਖਰੀ ਗੱਲ ਹੈ ਵੀ 1984 ਤੱਕ ਭਾਰਤ ਦੇ ਵਿੱਚ ਤਕਰੀਬਨ ਐਸੀਆਂ ਦਰਜਨਾਂ ਵਾਰਦਾਤਾਂ ਹੋ ਚੁੱਕੀਆਂ ਸਨ, ਦਰਜਨਾਂ ਹਵਾਈ ਜਹਾਜ਼ ਜਿਹੜੇ ਡੋਮੈਸਟਿਕ ਰੂਟ ਤੇ ਸਨ ਉਹਨਾਂ ਦੀ ਹਾਈਜੈਕਿੰਗ ਹੋ ਚੁੱਕੀ ਸੀ ਤੇ ਉਸ ਵਕਤ ਪਾਕਿਸਤਾਨ ਦੀ ਜੇਲ੍ਹਾਂ ਵਿੱਚ ਐਸੇ 22 ਲੋਕ ਬੰਦ ਸਨ ਜਿਨ੍ਹਾਂ ਵਿੱਚ 81 ਤੇ 84 ਵਾਲੇ ਉਹ ਸਾਰੇ ਲੋਕ ਸਨ। ਸੋ 22 ਐਸੇ ਹਾਈਜੈਕਰ ਜਿਹੜੇ ਸਨ ਜੋ ਕਿ ਜ਼ਿਆਦਾਤਰ ਉਹਨਾਂ 'ਚੋਂ ਪੰਜਾਬੀ ਸਨ, ਸਿੱਖ ਖਾੜਕੂ ਸਨ ਜੋ ਕਿ ਪਾਕਿਸਤਾਨ ਦੀ ਜੇਲ੍ਹਾਂ ਵਿੱਚ ਕੈਦ ਕੱਟ ਰਹੇ ਸਨ। ਇੱਕ ਵੱਖਰੀ ਗੱਲ ਹੈ ਵੀ 1984 ਤੇ 85 ਤੋਂ ਬਾਅਦ ਵੀ ਸੂਰਤ ਹਾਲ ਨਹੀਂ ਬਦਲਿਆ ਤੇ 1999 ਦੇ ਵਿੱਚ ਜਾ ਕੇ ਇੱਕ ਬਹੁਤ ਹੀ ਵੱਡੀ ਹਾਈਜੈਕਿੰਗ ਜਿਸ ਨੂੰ ਕਿ IC 814 ਹਾਈਜੈਕਿੰਗ ਨਾਂ ਨਾਲੋਂ ਜਾਣਿਆ ਜਾਂਦਾ ਹੈ ਹੋਈ। ਸੋ ਇੱਕ ਬਹੁਤ ਵੱਡੀ ਘਟਨਾ ਸੀ ਜਿਸ ਦੇ ਤਹਿਤ ਕਿ ਭਾਰਤ ਦੇ ਯੂਨੀਅਨ ਕੈਬਨਿਟ ਮਿਨਿਸਟਰ ਜਸਵੰਤ ਸਿੰਘ ਉਹਨਾਂ ਨੂੰ ਜਾ ਕੇ ਕੰਧਾਰ ਦੇ ਵਿੱਚ ਜਾ ਕੇ ਜਿਹੜੇ ਪੈਸੇਂਜਰਸ ਸਨ ਉਹਨਾਂ ਨੂੰ ਰਿਲੀਜ਼ ਕਰਾਉਣਾ ਪਿਆ ਸੀ। ਕਈ ਵੱਖਵਾਦੀ ਤੇ ਖਾੜਕੂ ਅਜ਼ਰ ਮਸੂਦ ਜਿਹੜੇ ਸਨ ਉਹਨਾਂ ਨੂੰ ਛੱਡਣਾ ਪਿਆ ਸੀ। ਇੱਕ ਕਲੰਕ ਦੇ ਤੌਰ ਤੇ ਵੀ ਹਮੇਸ਼ਾ ਹੀ ਉਸ ਚੀਜ਼ ਨੂੰ ਵੇਖਿਆ ਜਾਂਦਾ ਹੈ ਕਿਉਂਕਿ ਉਸ ਵਕਤ BJP ਦੀ ਸਰਕਾਰ ਸੀ, ਅਟਲ ਬਿਹਾਰੀ ਵਾਜਪੇਈ ਦੇਸ਼ ਦੇ ਪ੍ਰਧਾਨ ਮੰਤਰੀ ਸਨ। ਉਹ ਕਦੇ ਮੌਕਾ ਹੋਇਆ ਤਾਂ ਦੁਬਾਰਾ ਉਸ ਦੇ ਉੱਤੇ ਜ਼ਰੂਰ ਆਵਾਂਗੇ ਤੇ ਕਦੇ ਸਬਬ ਬਣਿਆ ਤਾਂ ਉਸ ਹਾਈਜੈਕਿੰਗ ਦੀ ਗੱਲ ਵੀ ਕਰਾਂਗੇ। ਲੇਕਿਨ ਪੰਜਾਬ ਦੇ ਸੰਦਰਭ ਵਿੱਚ ਤੇ ਖਾੜਕੂ ਲਹਿਰ ਜੋ ਕਿ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਵਿੱਚ ਉੱਠੀ ਸੀ ਜਾਂ ਉੱਠ ਰਹੀ ਸੀ, ਖਾਸ ਕਰਕੇ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਭਾਰਤੀ ਫੌਜ ਦਾ ਐਕਸ਼ਨ ਤੇ ਉਸ ਤੋਂ ਬਾਅਦ ਭਾਰਤੀ ਫੌਜ ਦੀ ਜਿਹੜੀ ਲਗਾਤਾਰ ਤੈਨਾਤੀ ਹਰਮੰਦਰ ਸਾਹਿਬ ਦੇ ਕੰਪਲੈਕਸ ਦੇ ਵਿੱਚ, ਉਹ ਇੱਕ ਬਹੁਤ ਵੱਡਾ ਕਾਰਨ ਸੀ ਜਿਸ ਕਾਰਨ 2 ਵੱਡੀਆਂ ਜਿਹੜੀਆਂ ਹਾਈਜੈਕਿੰਗ ਸਨ ਉਹ 1984 ਜੁਲਾਈ ਤੇ ਅਗਸਤ ਦੇ ਮਹੀਨੇ ਦੇ ਵਿੱਚ ਹੋਈਆਂ ਤੇ ਇਹਨਾਂ ਨੇ ਅਚੀਵ ਬਹੁਤ ਕੁਝ ਤਾਂ ਨਹੀਂ ਕੀਤਾ ਲੇਕਿਨ ਕਾਫੀ ਹੱਦ ਤੱਕ ਆਪਣਾ ਧਿਆਨ ਖਿੱਚਣ ਦੇ ਵਿੱਚ ਇਹ ਲੋਕ ਕਾਮਯਾਬ ਹੋਏ। ਤੇ ਇਹ ਵੀ ਦੱਸਿਆ ਜਾਂਦਾ ਵੀ ਜਿਵੇਂ ਸਤੰਬਰ 1984 ਦੇ ਵਿੱਚ ਇਹ ਜਿਹੜੇ ਵਾਪਸ ਸਨ ਹਾਈਜੈਕਰ ਭਾਰਤ ਨੂੰ ਕੀਤੇ ਗਏ ਤੇ ਨਾਲ ਦੇ ਨਾਲ ਹੀ ਭਾਰਤੀ ਫੌਜ ਜਿਹੜੀ ਹੈ ਉਸ ਨੂੰ ਵੀ ਵਿਡਰਾ ਕਰ ਲਿਆ ਗਿਆ ਸੀ ਕਿਉਂਕਿ ਪਹਿਲਾਂ ਹੀ ਸਰਕਾਰ ਦੀ ਰਾਏ ਬਣ ਰਹੀ ਸੀ ਤੇ ਡੋਮੈਸਟਿਕ ਲੈਵਲ ਤੇ ਅੰਦਰੂਨੀ ਪੱਧਰ ਉੱਤੇ ਵੀ ਬਹੁਤ ਦਬਾਅ ਜਿਹੜਾ ਸੀ ਉਹ ਭਾਰਤ ਸਰਕਾਰ ਤੇ ਬਣ ਰਿਹਾ ਸੀ ਦਰਬਾਰ ਸਾਹਿਬ ਤੋਂ ਫੌਜ ਦੀ ਵਾਪਸੀ ਲਈ। ਸੋ ਇਹ ਚੀਜ਼ਾਂ ਆਲਰੇਡੀ ਇਨ ਪ੍ਰੋਸੈਸ ਜਾਂ ਪਾਈਪਲਾਈਨ ਸਨ ਲੇਕਿਨ ਇਹਨਾਂ ਦਾ ਅੰਦਾਜ਼ਾ ਉਹ ਲੋਕਾਂ ਨੂੰ ਬਿਲਕੁਲ ਨਹੀਂ ਸੀ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਖਾਸ ਕਰ ਉਹ ਖਾੜਕੂ ਜਾਂ ਉਹ ਲੋਕ ਜੋ ਕਿ ਇਸ ਲਹਿਰ ਦੇ ਵਿੱਚ ਸ਼ਾਮਲ ਸਨ ਤੇ ਉਹਨਾਂ ਦਾ ਮਕਸਦ ਸਿਰਫ ਦਰਬਾਰ ਸਾਹਿਬ 'ਚੋਂ ਫੌਜ ਦੀ ਜਿਹੜੀ ਵਾਪਸੀ ਸੀ ਉਹ ਕਾਫੀ ਹੱਦ ਤੱਕ ਸੀ। ਸੋ ਇਹ ਗੱਲਾਂ ਬਾਤਾਂ ਸੰਭਵ ਹੋਈਆਂ, ਫੌਜ ਦੀ ਜਿਹੜੀ ਵਾਪਸੀ ਵੀ ਹੋ ਗਈ ਤੇ ਉਸ ਤੋਂ ਬਾਅਦ ਕੋਈ ਵੱਡੀ ਜਿਹੜੀ ਹਾਈਜੈਕਿੰਗ ਹੈ ਪੰਜਾਬ ਵੱਲੋਂ ਜਾਂ ਪੰਜਾਬ ਦੇ ਖਾੜਕੂਆਂ ਵੱਲੋਂ ਅੰਜਾਮ ਨਹੀਂ ਦਿੱਤੀ ਗਈ। ਸੋ ਇੱਕ ਵਾਹਦ ਐਸਾ ਹਾਈਜੈਕਿੰਗ ਦਾ ਕੇਸ ਸੀ ਜਿਸ ਵਿੱਚ ਕਿ ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ US ਅਤੇ ਦੁਬਈ ਦੀਆਂ ਸਰਕਾਰਾਂ ਵੀ ਸ਼ਾਮਲ ਸਨ ਤੇ ਜੋ ਵੀ ਵਾਅਦੇ ਹਾਈਜੈਕਰਸ ਨਾਲ ਕੀਤੇ ਗਏ ਉਹ
ਸ਼ੇਖ ਮੁਹੰਮਦ ਬਿਨ ਰਾਸ਼ਿਦ ਵੱਲੋਂ ਕੀਤੇ ਗਏ, ਜੋ ਕਿ ਡਿਫੈਂਸ ਮਿਨਿਸਟਰ ਸਨ ਦੁਬਈ ਦੇ। ਸੋ ਉਹ ਜਿਹੜੇ ਵਾਅਦੇ ਸਨ ਉਹਨਾਂ ਦੇ ਉੱਤੇ ਉਹ ਖਰੇ ਨਹੀਂ ਉਤਰ ਪਾਏ, ਕਿਉਂਕਿ ਬਾਅਦ ਦੇ ਵਿੱਚ ਅਮਰੀਕਾ ਪਿੱਛੇ ਹਟ ਗਿਆ ਸੀਗਾ। ਭਾਰਤ ਸਰਕਾਰ ਦਾ ਜਿਹੜਾ ਦਬਾਅ ਸੀ ਉਹ ਕੰਮ ਕਰ ਗਿਆ ਸੀਗਾ, ਜਿਸ ਤੋਂ ਬਾਅਦ ਕਿ ਇਹ ਸਾਰੇ ਲੋਕ ਵਾਪਸ ਆਏ, ਇਹਨਾਂ ਨੂੰ ਸਜ਼ਾਵਾਂ ਹੋਈਆਂ ਤੇ ਸਜ਼ਾਵਾਂ ਬਾਅਦ ਦੇ ਵਿੱਚ ਕਮਿਊਟ ਤੇ ਮਾਫ ਵੀ ਹੋਈਆਂ। ਉਮੀਦ ਕਰਾਂਗੇ ਇਹ ਵੇਰਵਾ ਤੇ ਇਹ ਪੂਰੀ ਜਿਹੜੀ ਸੀਰੀਜ਼ ਸੀ, ਜਿਸ ਵਿੱਚ ਕਿ 3 ਪ੍ਰਮੁੱਖ ਜਿਹੜੀ ਪ੍ਰੋਮੀਨੈਂਟ ਹਾਈਜੈਕਿੰਗਸ ਦਾ ਮੈਂ ਜ਼ਿਕਰ ਕੀਤਾ, ਉਹ ਤੁਹਾਨੂੰ ਠੀਕ ਲੱਗੀ ਹੋਏਗੀ। ਬਹੁਤ ਸੇ ਹੋਰ ਇੰਟਰਸਟਿੰਗ ਫੈਕਟ ਵੀ ਸਨ, ਛੋਟੇ ਮੋਟੇ ਵੱਡੇ, ਲੇਕਿਨ ਮੈਂ ਕੋਸ਼ਿਸ਼ ਕੀਤੀ ਵੀ ਜ਼ਿਆਦਾਤਰ ਮੋਟੀ ਜਿਹੜੀ ਤਰਤੀਬ ਹੈਗੀ ਹੈ ਜਾਂ ਕਿਸ ਤਰੀਕੇ ਦੀਆਂ ਪੇਚੀਦਗੀਆਂ ਸਨ, ਕੀ ਰੂਪਰੇਖਾ ਸੀ ਇਹ ਸਾਰੀ ਹਾਈਜੈਕਿੰਗਸ ਦੀ, ਉਹਨੂੰ ਤੁਹਾਡੇ ਸਾਹਮਣੇ ਲਿਆ ਸਕਾਂ। ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ। ਰਿਤੇਸ਼ ਲੱਖੀ ਅਨਪਲੱਗ ਨਾਲ ਬਣੇ ਰਹੋ।